ਕੁਲਦੀਪ ਬਰਾੜ ਨੂੰ। ਉਹ ਲਿਖਦਾ ਵੀ ਅੰਦਰ ਅੱਤਵਾਦੀਆਂ ਦਾ ਅੱਡਾ ਬਣ ਚੁੱਕਾ ਸੀ, ਫੌਜ ਨੇ ਇੱਕ ਬੜੀ ਪਵਿੱਤਰ ਕਾਰਵਾਈ ਕੀਤੀ ਹੈ। ਬਰਾੜ ਜਾਂ ਬਰਾੜ ਦੇ ਪਿੱਛੇ ਬੈਠੀਆਂ ਸ਼ਕਤੀਆਂ ਸਿੱਖਾਂ ਨੂੰ ਇਹ ਜਵਾਬ ਦੇਣ ਕਿ 37 ਦੂਜੇ ਗੁਰਦੁਆਰਿਆਂ ਵਿੱਚ ਕਿਹੜੇ ਸਨ ਜਰਨੈਲ ਸਿੰਘ ਬੈਠੇ ਸੀ ਤੇ ਉਹਨਾਂ ਨੂੰ ਉਲਟਾ ਡੱਕ ਕੇ ਤੇ ਬਾਅਦ ਚ ਮਿਲਟਰੀ ਨੇ ਉਹਨਾਂ ਨੂੰ ਐ ਮਾਰਿਆ ਕਿ ਜਿਵੇਂ ਉਹ ਖਾਲਿਸਤਾਨ ਦੇ ਬੱਚਿਆਂ ਨੂੰ ਮਾਰ ਰਹੇ ਹੁੰਦੇ ਨੇ। ਤੇ ਐਸਾ ਤਾਂ ਨਹੀਂ ਇਹ ਸਾਰਾ ਕੁਝ ਕਰਕੇ, ਇਤਨੀ ਵੱਡੀ ਕਤਲੇਆਮ ਕਰਕੇ ਸਾਰਾ ਜੁਮਾ ਬਾਬਾ ਜਰਨੈਲ ਸਿੰਘ ਦੇ ਉੱਪਰ ਥੋਪਣਾ ਚਾਹੁੰਦੇ ਸੀ ਕਿ ਇਹਨਾਂ ਦੇ ਕਰਕੇ ਦੇਖੋ ਤੁਹਾਡੀ ਇੰਨੀ ਕੌਮ ਮਰੀ ਹੈ। ਉਹ ਸਾਡਾ ਤਖਤ ਹੈ, ਅਸੀਂ ਉੱਥੋਂ ਸਾਰੀਆਂ ਅਗਵਾਈਆਂ ਲੈਂਦੇ ਆ ਐਜ਼ ਏ ਸਿੱਖ। ਮੈਨੂੰ ਉੱਥੇ ਜਾਣਾ ਹੀ ਪਏਗਾ, ਬੇਸ਼ੱਕ ਤੁਸੀਂ ਮੈਨੂੰ ਕਾਂਗਰਸ 'ਚ ਰੱਖੋ ਜਾਂ ਨਾ ਰੱਖੋ। ਮੈਂ ਕਹਿੰਦਾ ਆਪਣੀ ਰਾਜਨੀਤਿਕ ਸਫ਼ਰ ਦੇ ਵਿੱਚ ਉਸ ਦਿਨ ਇੰਦਰਾ ਗਾਂਧੀ ਨੇ ਡਾਇਰੀ 'ਚ ਲਿਖ ਲਿਆ ਵੀ ਆ ਤਖਤ ਢਾਉਣਾ। ਖਾਸ ਕਰ ਕਰਤਾਰ ਸਿੰਘ ਜੀ, ਸੰਤ ਜੀ ਤੇ ਜਰਨੈਲ ਸਿੰਘ ਜੀ ਨੂੰ ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਕਿਹਾ ਵੀ ਟਕਸਾਲ ਵੀ ਖਤਮ ਕਰ ਦਿੱਤੀ। ਜਿਹੜੇ ਅਮੀਰ ਹਿੰਦੂ ਤੇ ਪੜ੍ਹੇ ਲਿਖੇ ਹਿੰਦੂ ਨੇ ਉਹ ਆਪਣੇ ਬੱਚਿਆਂ ਨੂੰ ਸਿੱਖਾਂ ਤੋਂ ਤੇ ਖਾਸ ਕਰ ਅੰਮ੍ਰਿਤਧਾਰੀਆਂ ਤੋਂ ਦੂਰ ਰੱਖਦੇ। ਤੁਸੀਂ ਦੇਖੋ ਵੀ ਦਰਬਾਰ ਸਾਹਿਬ ਬਿਲਕੁਲ ਵਿਚਕਾਰ ਹੈ। ਦਰਬਾਰ ਸਾਹਿਬ ਦਾ ਨੁਕਸਾਨ ਹੋਇਆ ਪਰ ਉਹਨਾਂ ਨਹੀਂ ਹੋਇਆ ਜਿੰਨਾ ਉਹਨਾਂ ਨੇ ਤਖਤ ਨੂੰ ਨਿਸ਼ਾਨਾ ਬਣਾਇਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਸਵਾਗਤ ਹੈ ਜੀ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਅਕਾਲ ਚੈਨਲ ਦੇ ਜ਼ਰੀਏ ਤੁਸੀਂ ਅਕਸਰ ਕੀ ਮੈਨੂੰ ਦੇਖਦੇ ਹੋ ਔਰ ਮੈਂ ਪ੍ਰੋਗਰਾਮ ਦਾ ਮਿਆਰ ਮੇਨਟੇਨ ਰੱਖਣ ਦੇ ਲਈ, ਕਿਉਂਕਿ ਅਕਾਲ ਚੈਨਲ ਇੱਕ ਬਹੁਤ ਵੱਡਾ ਅਦਾਰਾ ਹੈ, ਉਸ ਅਦਾਰੇ ਦੇ ਪ੍ਰੋਗਰਾਮ ਦਾ ਮਿਆਰ ਉੱਚਾ ਰੱਖਣ ਦੇ ਲਈ ਮੈਨੂੰ ਇੱਕ ਭਾਲ ਰਹਿੰਦੀ ਹੈ ਕਿ ਕਿਸੇ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂ ਜਿਹੜਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੇ। ਸਭ ਤੋਂ ਵੱਡੀ ਅੱਜ ਦੀ ਦਿੱਕਤ ਇਹ ਹੈ ਵੀ ਸਾਡੇ ਸਵਾਲ ਕੁਝ ਹੋਰ ਨੇ, ਜਵਾਬ ਸਾਨੂੰ ਹੋਰ ਕੁਝ ਆ ਰਹੇ ਨੇ। ਫਿਰ ਅਸੀਂ ਕਹਿੰਦੇ ਵੀ ਯੂਥ ਸਾਡੇ ਨਾਲ ਜੁੜਦਾ ਨਹੀਂ ਪਿਆ। ਜਦੋਂ ਯੂਥ ਦੇ ਸਵਾਲਾਂ ਦੇ ਜਵਾਬ ਸਾਨੂੰ ਸਹੀ ਢੰਗ ਦੇ ਵਿੱਚ ਮਿਲਣੇ ਸ਼ੁਰੂ ਹੋ ਗਏ, ਹਕੀਕਤ ਇਹ ਹੈ ਉਹ ਬੱਚਾ ਉਸ ਚੈਨਲ ਨੂੰ ਵੀ ਲਾਈਕ ਕਰੇਗਾ ਤੇ ਉਸ ਚੈਨਲ ਦੇ ਉੱਪਰ ਬੋਲਣ ਵਾਲੇ ਬੁਲਾਰੇ ਨੂੰ ਵੀ ਆਪਣੇ ਆਪ ਲਾਈਕ ਕਰੇਗਾ। ਸੋ ਅਸੀਂ ਉਸ ਮਿਆਰ ਨੂੰ ਉਵੇਂ ਰੱਖਣ ਦੇ ਲਈ ਅੱਜ ਪ੍ਰੋਗਰਾਮ ਦਾ 3rd ਪਾਰਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਮੈਂ ਤੁਹਾਨੂੰ ਫਿਰ ਦੱਸਦੇ ਹਾਂ, ਗੱਲ ਚੱਲਦੀ ਹੈ ਜੂਨ 1984 ਦੀ ਸ਼ਹੀਦੀ ਹਫ਼ਤੇ ਦੀ। ਵੈਸੇ ਤਾਂ ਕੋਈ ਐਸਾ ਦਿਨ ਨਹੀਂ ਜਿਸ ਦਿਨ ਕੋਈ ਸ਼ਹਾਦਤ ਨਾ ਹੋਈ ਹੋਵੇ, ਪਰ ਖਾਸ ਕਰਕੇ ਜਦੋਂ ਅਸੀਂ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ, ਜੋ ਪਿਛਲੇ ਸਮਿਆਂ ਦੇ ਵਿੱਚ ਗੁਜ਼ਰਿਆ ਦੇਖਿਆ, ਤੇ ਉਹਦੀ ਗੱਲ ਕਰਦੇ ਹੋਏ ਸਾਨੂੰ ਜੂਨ 1984 ਚੇਤੇ ਆਉਂਦਾ ਹੈ। ਜਦੋਂ ਜੂਨ 1984 ਚੇਤੇ ਆਉਂਦਾ ਹੈ ਤੇ ਮਨ ਦੇ ਵਿੱਚ ਤਰ੍ਹਾਂ ਦੇ ਸਵਾਲ ਹੁੰਦੇ ਨੇ। 3rd ਪਾਰਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਇਆ ਮੈਂ। ਸਵਾਲ ਹਨ ਤੁਹਾਡੇ, ਪੁੱਛੇਗਾ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੱਖੂ, ਤੇ ਜਿਨ੍ਹਾਂ ਨੂੰ ਨਿਯੋਤਾ ਦਿੱਤਾ ਸੀ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ। ਆਓ ਤੁਹਾਡੇ ਸਭਨਾਂ ਵੱਲੋਂ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ ਜੀ, ਮਿਹਰਬਾਨੀ। ਮਨ ਦੇ ਵਿੱਚ ਤਰ੍ਹਾਂ ਦੇ ਸਵਾਲ ਸਨ। ਜੇ ਅਸੀਂ ਗੱਲ ਕਰੀਏ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੈ, ਦਰਬਾਰ ਸਾਹਿਬ ਤੇ ਅਟੈਕ ਬਾਰੇ ਜੇ ਅਸੀਂ ਪੜ੍ਹਦੇ ਹਾਂ ਕੁਲਦੀਪ ਬਰਾੜ ਨੂੰ, ਉਹ ਲਿਖਦਾ ਵੀ ਅੰਦਰ ਅੱਤਵਾਦੀਆਂ ਦਾ ਅੱਡਾ ਬਣ ਚੁੱਕਾ ਸੀ, ਫੌਜ ਨੇ ਇੱਕ ਬੜੀ ਪਵਿੱਤਰ ਕਾਰਵਾਈ ਕੀਤੀ ਹੈ, ਉਸ ਕਾਰਵਾਈ ਕਰਕੇ ਤੇ ਤੁਹਾਨੂੰ ਅਸਥਾਨ ਮੁਕਤ ਕਰਕੇ ਦਿੱਤੇ ਨੇ, ਭਵਿੱਖ ਵਿੱਚ ਐਸਾ ਨਾ ਹੋਵੇ, ਇਸ ਕਰਕੇ ਤੁਸੀਂ ਸੁਚੇਤ ਰਹੋ। ਉਹ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਰਿਹਾ ਹੈ ਵੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਸਾਡਾ ਮੇਨ ਮਨੁੱਖ ਜਿਹੜਾ ਪ੍ਰਯੋਜਨ ਹੈ ਉਹ ਇਹ ਸੀ। ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ, ਮੈਂ ਤੁਹਾਡੇ ਕੋਲ ਵੀ ਪੁੱਛਣਾ ਚਾਹੁੰਦਾ ਕਿ ਬਾਬਾ ਜਰਨੈਲ ਸਿੰਘ ਨੂੰ ਪਕੜਨਾ ਜਾਂ ਗ੍ਰਿਫਤਾਰ ਕਰਨਾ ਜਾਂ ਸ਼ਹੀਦ ਕਰ ਦੇਣਾ ਸਿਰਫ ਆਹੀ ਪ੍ਰਯੋਜਨ ਸੀ ਉਹਨਾਂ ਦਾ, ਹਕੂਮਤਾਂ ਦਾ? ਨਹੀਂ, ਇਹ ਤਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਹੈ ਬਰਾੜ ਨੇ, ਇਹ ਬਿਲਕੁਲ ਗਲਤ ਹੈ ਕੁਝ ਤੱਥਾਂ ਦੇ ਆਧਾਰ ਤੇ। ਹੁਣ ਉਹ ਤਾਂ ਇੱਕ ਨੌਕਰੀ ਕਰਨ ਵਾਲਾ ਬੰਦਾ ਸੀ, ਜੋ ਉਹਨੇ ਕੀਤਾ ਉਹ ਉਹਨੂੰ ਮਾਣ ਦੇ ਹਿਸਾਬ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹੈ। ਇਹ ਉਹਦੀ ਅਸਲ 'ਚ ਮਾਨਸਿਕ ਕਮਜ਼ੋਰੀ ਹੈ ਕਿ ਉਹ ਇੱਕ ਸਿੱਖ ਹੋਣ ਦੇ ਨਾਤੇ ਆਪਣੇ ਆਪ ਨੂੰ ਅੰਦਰੋਂ ਸੈਟਿਸਫਾਈਡ ਨਹੀਂ ਕਰ ਰਿਹਾ, ਤਾਂ ਉਹ ਇਸ ਬਹਾਨੇ ਆਪਣੇ ਆਪ ਨੂੰ ਝੂਠਾ ਦਿਲਾਸਾ ਦੇ ਰਿਹਾ ਹੈ ਕਿ ਮੈਂ ਤਾਂ ਸੇਵਾ ਦਾ ਕੰਮ ਕੀਤਾ ਹੈ। ਇਹ ਇੱਕ ਝੂਠਾ ਦਿਲਾਸਾ ਹੀ ਹੋ ਸਕਦਾ ਹੈ। ਜਿਹੜੀ ਗੱਲ ਸੰਤ ਜਰਨੈਲ ਸਿੰਘ ਜੀ ਦੇ ਨਾਲ ਆਪਾਂ ਜੋੜ ਕੇ ਚੱਲਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਬਰਾੜ ਜਾਂ ਬਰਾੜ ਦੇ ਪਿੱਛੇ ਬੈਠੀਆਂ ਸ਼ਕਤੀਆਂ ਸਿੱਖਾਂ ਨੂੰ ਇਹ ਜਵਾਬ ਦੇਣ ਕਿ 37 ਦੂਜੇ ਗੁਰਦੁਆਰਿਆਂ ਵਿੱਚ ਕਿਹੜੇ ਸੰਤ ਜਰਨੈਲ ਸਿੰਘ ਬੈਠੇ ਸੀ।
ਜਿਨ੍ਹਾਂ ਵਿੱਚੋਂ ਆਪਣੇ ਪਟਿਆਲੇ ਦਾ ਗੁਰਦੁਆਰਾ ਦੂਖਨਿਵਾਰਨ ਦੂਖਨਿਵਾਰਨ ਸਾਹਿਬ ਸਾਹਿਬ ਵੀ ਵੀ ਇੱਕ ਹੈ। ਮੁਕਤਸਰ ਸਾਹਿਬ ਆਉਂਦਾ ਹੈ ਜੀ। ਜਿੰਨੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ, ਦਰਬਾਰ ਸਾਹਿਬ ਤੋਂ ਬਾਅਦ 36 ਜਾਂ 37 ਜਿਹੜੇ ਗੁਰਦੁਆਰਾ ਸਾਹਿਬ ਦੇ ਉੱਤੇ ਉਸੇ ਦਿਨ ਉਸੇ ਤਰੀਕੇ ਨਾਲ ਮਿਲਟਰੀ ਵੱਲੋਂ ਅਟੈਕ ਕੀਤਾ ਜਾਣਾ ਜਿਵੇਂ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਹੋਈ ਜੰਗ ਦੇ ਉੱਤੇ ਕੀਤਾ ਜਾਂਦਾ ਹੈ ਜੀ। ਕਿ ਸਾਰਿਆਂ ਦੇ ਵਿੱਚ ਉਹਨਾਂ ਨੂੰ ਸੰਤ ਜਰਨੈਲ ਸਿੰਘ ਮਿਲੇ? ਜੇ ਨਹੀਂ ਮਿਲੇ ਤਾਂ ਉਹਨਾਂ ਨੂੰ ਆਈਸੋਲੇਟ ਕਰਕੇ ਉਹਨਾਂ ਨੇ ਕੇਵਲ ਦਰਬਾਰ ਸਾਹਿਬ ਵਾਲਾ ਹਮਲਾ ਹੀ ਕਨਸੈਂਟਰੇਟ ਕਿਉਂ ਨਹੀਂ ਕੀਤਾ, ਬਾਕੀ ਕਿਉਂ ਕੀਤੇ? ਇੱਕ ਤਾਂ ਇਹ ਜਿਹੜਾ ਹੈ ਜਵਾਬ ਬਰਾੜ ਵੀ ਨਹੀਂ ਦੇ ਸਕਦਾ ਤੇ ਬਰਾੜ ਦੇ ਪਿੱਛੇ ਬੈਠੇ ਉਹਦੇ ਆਕੇ ਵੀ ਨਹੀਂ ਦੇ ਸਕਦੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਬਿਆਨ ਦਵਾਇਆ ਹੈ। ਦੂਸਰੀ ਗੱਲ ਇਹ ਹੈ ਕਿ ਅਸਲ ਵਿੱਚ ਕੀ ਹੈ ਕਿ ਕੌਮਾਂ ਦੀ ਆਪਣੀ ਇੱਕ ਸੋਵਰਨਟੀ ਹੁੰਦੀ ਹੈ ਤੇ ਸਿੱਖ ਕੌਮ ਕਿਉਂਕਿ ਇਹਦੇ ਮੂਲ ਤੋਂ ਹੀ ਸੋਵਰਨ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ੁਰੂ ਦੇ ਸਾਲਾਂ ਦੇ ਵਿੱਚ ਹੀ ਪ੍ਰਚਾਰ ਦੇ ਉੱਤੇ ਇੰਨਾ ਕੁ ਧਿਆਨ ਦਿਵਾਇਆ ਸਾਡਾ ਕਿ ਜਦੋਂ ਲੋੜ ਪਊਗੀ, ਜੇ ਵਕਤ ਦਾ ਬਾਦਸ਼ਾਹ ਜ਼ੁਲਮ ਕਰੂਗਾ ਤਾਂ ਇਹ ਨਹੀਂ ਕਿ ਉਹ ਬਾਦਸ਼ਾਹ ਤੇ ਅਸੀਂ ਬੋਲਣਾ ਨਹੀਂ ਹੈ, ਅਸੀਂ ਵੀ ਮਨੁੱਖਤਾ ਦੇ ਰੂਪ 'ਚ ਬਾਦਸ਼ਾਹ ਹਾਂ। ਬਾਬਰ ਤੂੰ ਜਾਬਰ ਹੈ, ਪਾਪ ਕੀ ਜੰਜ ਲੈ ਕਾਬਲੋਂ ਤਾਂ ਜੋ ਪਾਪ ਦੀ ਜੰਜ ਲਾ ਕੇ ਆਏਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਇਸ ਕਨਸੈਪਟ ਦੇ ਵਿੱਚੋਂ ਸੰਤ ਜਰਨੈਲ ਸਿੰਘ ਜੀ ਨੂੰ ਦੇਖਣਾ ਚਾਹੀਦਾ ਕਿ ਉਹਦੀ ਵਿਰਾਸਤ ਕੀ ਕਹਿੰਦੀ ਹੈ ਉਹਨੂੰ। ਸੰਤ ਜਰਨੈਲ ਸਿੰਘ ਦੇ ਪਿੱਛੇ 550 ਸਾਲ ਦੀ ਵਿਰਾਸਤ ਕੰਮ ਕਰ ਰਹੀ ਹੈ ਤੇ ਜਿਹੜਾ ਦਿੱਲੀ ਹੈ ਜਾਂ ਨਾਗਪੁਰ ਹੈ ਜਾਂ ਬਰਾੜ ਹੈ, ਇਹਨਾਂ ਕੋਲ ਤਾਂ 47 ਤੋਂ ਬਾਅਦ ਇੱਕ ਪ੍ਰਬੰਧਕੀ ਢਾਂਚਾ ਹੀ ਹੈ ਨਾ। ਉਸ ਪ੍ਰਬੰਧਕੀ ਢਾਂਚੇ ਦੀ ਕੀ ਲੋੜ ਹੈ ਕੀ ਨਹੀਂ, ਜਾਂ ਮਨਸੂਬਾ ਬਣਾਇਆ ਜਾ ਸਕਦਾ, ਢਾਇਆ ਜਾ ਸਕਦਾ, ਪਰ ਵਿਰਾਸਤ ਤਾਂ ਨਾ ਇੰਨੀ ਛੇਤੀ ਕੋਈ ਬਣਾ ਸਕਦਾ ਹੈ ਤੇ ਨਾ ਢਾ ਸਕਦਾ ਹੈ। ਉਦੋਂ ਸਿਰਫ ਫੋਲੋ ਕੀਤਾ ਜਾ ਸਕਦਾ ਹੈ ਜਾਂ ਕੋਈ ਨਾਸਤਿਕ ਬੰਦਾ ਉਹਨੂੰ ਨਾ ਫੋਲੋ ਕਰੇ। ਇਹੀ ਉਹਦੇ ਕੋਲ ਸੰਤ ਜਰਨੈਲ ਸਿੰਘ ਉਸ ਮਹਾਨ ਸਿੱਖ ਦਾ ਨਾਂ ਹੈ ਜਿਨੇ ਉਸ ਵਿਰਾਸਤ ਨੂੰ ਸਾਂਭ ਕੇ ਸੱਚ ਨੂੰ ਸੱਚ ਕਹਿਣ ਦੀ ਜੁਰਤ ਕੀਤੀ। ਹਕੂਮਤ ਨੇ ਉਹ ਬਰਦਾਸ਼ਤ ਨਹੀਂ ਕੀਤੀ ਤੇ ਇੱਕ ਪਲੈਨਿੰਗ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਸਨੱਬ ਕਰਨ ਦੀ, ਸਿੱਖਾਂ ਨੂੰ ਡਰਾਉਣ ਦੀ ਗੱਲ ਕੱਲੀ ਸੰਤ ਜਰਨੈਲ ਸਿੰਘ ਦੀ ਨਹੀਂ ਹੈ। ਨਹੀਂ, ਜਿਵੇਂ ਗੁਰਪੁਰਬ ਵਾਲਾ ਦਿਨ ਚੁਣਿਆ ਜਾਣਾ, ਜਿੱਦਣ ਕਈ ਗੱਲਾਂ ਸ਼ਬੀਲ ਲਾ ਰਹੇ ਹੋ। ਹਾਂ ਬਿਲਕੁਲ, ਤੁਸੀਂ ਇੱਕ ਗੱਲ ਤਾਂ ਕਰਫਿਊ ਦੇ ਵਿੱਚ ਆਉਣ ਦੀ ਢਿੱਲ ਦੇ ਦੇਣੀ, ਬਾਹਰ ਜਾਣ ਦੀ ਢਿੱਲ ਨਾ ਦੇਣੀ। ਇਹ ਕਿੰਨੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਦੱਸ ਰਹੀਆਂ ਨੇ ਕਿ ਜੇ ਬਾਬਾ ਜਰਨੈਲ ਸਿੰਘ ਨੂੰ ਫੜਨ ਦਾ ਕੀ ਮਨੋਰਥ ਹੁੰਦਾ, ਜਿਹੜੇ ਉਸ ਮੂਵਮੈਂਟ ਨਾਲ ਨਹੀਂ ਜੁੜੇ ਹੋਏ ਉਹਨਾਂ ਲੋਕਾਂ ਨੂੰ ਬਾਹਰ ਵੀ ਕੀਤਾ ਜਾ ਸਕਦਾ ਸੀ। ਇਹੀ ਤੁਸੀਂ ਗੱਲ ਜਿਹੜੀ ਤੁਸੀਂ ਕੀਤੀ, ਮੈਂ ਉਸੇ ਨੂੰ ਹੀ ਦੁਬਾਰਾ ਕਹਿਣਾ ਵੀ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਕਿ ਉਹ ਜਿਹੜਾ ਹਮਲਾ ਹੈ ਜਿਹਨੂੰ ਉਹ ਕਹਿੰਦੇ ਨੇ ਉਹ 10 ਜੂਨ ਤੋਂ ਨਹੀਂ ਸ਼ੁਰੂ ਕੀਤਾ ਜਾ ਸਕਦਾ ਸੀ। ਕਿਹੜੀ ਏਜੰਸੀ ਨੂੰ ਨਹੀਂ ਪਤਾ ਵੀ ਅੱਜ ਇਨੋਸੈਂਟ ਪੀਪਲ ਜਿਹੜੇ ਬੀਬੀਆਂ, ਬੱਚੇ, ਬਜ਼ੁਰਗ ਗੁਰੂ ਸਾਹਿਬ ਨੂੰ ਆਪਣਾ ਅਕੀਦਾ ਦੇਣ ਲਈ ਆਉਣਗੇ ਤੇ ਉਹਨਾਂ ਨੂੰ ਉਲਟਾ ਡੱਕ ਕੇ ਤੇ ਬਾਅਦ ਚ ਮਿਲਟਰੀ ਨੇ ਉਹਨਾਂ ਨੂੰ ਐ ਮਾਰਿਆ ਕਿ ਜਿਵੇਂ ਉਹ ਖਾਲਿਸਤਾਨ ਦੇ ਬੱਚਿਆਂ ਨੂੰ ਮਾਰ ਰਹੇ ਹੁੰਦੇ ਨੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਕਿਤੇ ਐਸਾ ਤਾਂ ਨਹੀਂ ਇਹ ਸਾਰਾ ਕੁਝ ਕਰਕੇ, ਇਤਨੀ ਵੱਡੀ ਕਤਲੇਆਮ ਕਰਕੇ ਸਾਰਾ ਜੁਮਾ ਬਾਬਾ ਜਰਨੈਲ ਸਿੰਘ ਦੇ ਉੱਪਰ ਥੋਪਣਾ ਚਾਹੁੰਦੇ ਸੀ ਕਿ ਇਹਨਾਂ ਦੇ ਕਰਕੇ ਦੇਖੋ ਤੁਹਾਡੀ ਇੰਨੀ ਕੌਮ ਮਰੀ ਹੈ? ਉਹਨਾਂ ਨੇ ਤਾਂ ਇਹ ਕੋਸ਼ਿਸ਼ ਕੀਤੀ ਹੈ, ਪਰ ਉਹ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਸਿੱਖ ਸਾਈਕੀ ਨੇ ਇਸ ਕਰਕੇ ਸਵੀਕਾਰ ਨਹੀਂ ਕੀਤੀ ਕਿ ਇਹ ਜੇ ਯੋਧੇ ਸਾਡੀ ਕੌਮ ਦੇ ਵਿੱਚ ਪਹਿਲਾਂ ਵੀ ਪੈਦਾ ਹੁੰਦੇ ਰਹੇ ਨੇ ਜਿਹੜੇ ਆਪਣੀ ਕੌਮੀ ਅਜ਼ਮਤ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ, ਆਖਰ ਸ਼ਹਾਦਤ ਵੀ ਸਵੀਕਾਰ ਕਰ ਸਕਦੇ ਨੇ। ਸੰਤ ਜਰਨੈਲ ਸਿੰਘ ਉਦੋਂ ਆਲੋਚਨਾ ਦੇ ਵਿੱਚ ਆ ਸਕਦੇ ਸੀ ਜੇਕਰ ਉਹ ਉੱਥੋਂ ਨਿਕਲ ਜਾਂਦੇ। ਫਿਰ ਸਿੱਖਾਂ ਦਾ ਇੱਕ ਸੁਭਾਅ ਹੈ ਕਿ ਉਹ ਜਿੰਨਾ ਮਰਜ਼ੀ ਚੰਗੇ ਕੰਮ ਕਰ ਲਵੇ, ਜੇਕਰ ਉਹ ਜਾਨ ਬਚਾ ਕੇ ਚਾਹੇ ਕੌਮ ਦੇ ਭਲੇ ਲਈ ਚਲਾ ਗਿਆ ਹੋਵੇ, ਉਹ ਉਹਨੂੰ ਦੂਜੀ ਨਿਗਾਹ ਨਾਲ ਦੇਖਦੇ ਨੇ, ਪੋਜ਼ਿਟਿਵ ਨਿਗਾਹ ਨਾਲ ਨਹੀਂ ਦੇਖਦੇ। ਸੋ ਇਹ ਵੀ ਗੱਲ ਜਿਹੜੀ ਹੈ ਸਰਕਾਰ ਨਹੀਂ, ਉਹ ਭਾਵੇਂ ਬਰਗਾੜੀ ਮੋਰਚਾ ਹੋਵੇ, ਚਲੋ ਅੱਜ ਵਿਸ਼ਾ ਨਹੀਂ ਹੈਗਾ, ਪਰ ਉਹ ਹਾਂ ਉਹਦਾ ਇੱਕ ਪੱਖ ਹੀ ਦੇਖਿਆ ਜਾਊਗਾ ਵੀ ਤੁਸੀਂ ਕਿਉਂ ਉੱਠ ਗਏ। ਦੂਜਾ ਕੋਈ ਹੋਰ ਪੱਖ ਜੇ ਕਹਿਣ ਦੀ ਕੋਸ਼ਿਸ਼ ਕਰਨਾ ਜੀ ਇਹ ਤਾਂ ਨਹੀਂ ਗੱਲ ਜੀ ਉੱਠੇ ਕਿਉਂ, ਉਹਨਾਂ ਨੇ ਇਹੀ ਗੱਲ ਉੱਤੇ ਸਟ੍ਰੈਸ ਕਰੀ ਜਾਣਾ। ਸੋ ਸੰਤ ਜਰਨੈਲ ਸਿੰਘ ਜੀ ਦਾ ਤਾਂ ਕੋਈ ਵੀ ਪੱਖ ਐਸਾ ਨਹੀਂ ਹੈ ਜਿਹੜਾ ਸਿੱਖ ਵਿਰਾਸਤ ਤੋਂ ਟੁੱਟ ਕੇ ਹੋਇਆ ਜੀ। ਇਹ ਅਸਲ ਵਿੱਚ ਜੇ ਸੋਚਿਆ ਜਾਵੇ ਜਾਂ ਦੇਖਿਆ ਜਾਵੇ ਜਾਂ ਖਾਸ ਕਰਕੇ 36 ਸਾਲ ਆਪਾਂ ਵਿਸ਼ਲੇਸ਼ਣ ਕਰ ਰਹੇ ਹਾਂ, ਇਹ ਤਾਂ ਸੋਵਰੈਂਟੀ ਦੀ ਸੋਵਰੈਂਟੀ ਨਾਲ, ਤਖਤ ਦੀ ਤਖਤ ਨਾਲ ਲੜਾਈ ਸੀ। ਕੀ ਬਾਤ ਹੈ। ਇਹ ਕੋਈ ਇਹ ਨਹੀਂ ਕਿ ਮਤਲਬ ਕਹਿਣ ਤੋਂ ਵੀ ਆਹ ਹੋ ਗਿਆ, ਜਿਹੜੀਆਂ ਘਟਨਾਵਾਂ ਦੱਸੀ ਜਾਂਦੇ ਨੇ ਵੀ ਉਹਨਾਂ ਨੂੰ ਆਪ ਹੀ ਅੱਤਵਾਦੀ ਬਣਾਤਾ। ਕੋਈ ਇਹ ਗੱਲ ਅੱਜ ਤੱਕ ਪ੍ਰੂਵ ਕਰ ਸਕਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉੱਤੇ ਆਹ ਜਿਹੜੀ FIR ਸੀ, ਆਹ ਜਿਹੜੀ ਸੀ, ਆਹ 4 ਜਾਂ 10 FIR ਦਰਜ ਸੀਗੀਆਂ ਜਿਹਦੇ ਵਿੱਚ ਇਹ ਸਿੱਧ ਹੁੰਦਾ ਕਿ ਸੰਤ ਜਰਨੈਲ ਸਿੰਘ ਨੇ ਆਹ ਕਤਲ ਕੀਤੇ ਜਾਂ ਕਰਵਾਏ।
ਜਦੋਂ ਇਹੋ ਜਿਹਾ ਕੋਈ ਪ੍ਰੂਫ ਹੀ ਤੁਹਾਡੇ ਕੋਲ ਨਹੀਂ ਹੁੰਦਾ, ਤੁਸੀਂ ਆਪਣੇ ਡਰਾਇੰਗ ਰੂਮ 'ਚ ਬੈਠ ਕੇ ਉਹਨੂੰ ਅੱਤਵਾਦੀ ਕਹਿ ਕੇ ਉਹਦੇ ਉੱਤੇ ਹਮਲਾ ਕਰ ਦਿੰਦੇ ਹੋ ਆਪਣਾ ਮਨਸੂਬਾ ਸਹੀ ਕਰਨ ਵਾਸਤੇ। ਸੋ ਅਸਲ 'ਚ ਉਹ ਨਹੀਂ ਚਾਹੁੰਦੇ। ਮੈਂ ਇੱਕ ਉਦਾਹਰਨ ਦਿੰਦਾ ਜਿਹਦੇ ਨਾਲ ਪਤਾ ਲੱਗੂਗਾ ਵੀ ਇਸ ਤਖਤ ਤੋਂ, ਦਿੱਲੀ ਤਖਤ ਕਿੰਨਾ ਔਖਾ ਸੀ। ਇਸ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਜੀ ਦੀ ਮੈਂ ਗੱਲ ਕਰਨ ਲੱਗਾ, ਜਿਹੜੇ ਕਿ ਮਨਜੀਤ ਸਿੰਘ ਜੀਕੇ ਦੇ ਪਿਤਾ ਜੀ ਨੇ। ਉਹਨਾਂ ਦੀ ਨੇੜਤਾ ਪਿਆਰ ਸਿੱਖ ਹੋਣ ਦੇ ਨਾਤੇ ਸੰਤ ਜਰਨੈਲ ਸਿੰਘ ਜੀ ਨਾਲ ਵੀ ਸੀਗਾ ਜੀ। ਪਰ ਇਹ ਗੱਲ ਜਰਨੈਲ ਸਿੰਘ ਜੀ ਨਾਲ ਨਹੀਂ ਜੁੜਦੀ, ਇਹ ਗੱਲ ਜੁੜਦੀ ਹੈ ਦਿੱਲੀ ਦੇ ਕਿਸੇ ਫੈਸਲੇ ਬਾਰੇ। ਕੋਈ ਫੈਸਲਾ ਐਸਾ ਹੋਇਆ, ਪਰ ਉਹ ਇੰਦਰਾ ਗਾਂਧੀ ਨਾਲ ਵੀ ਉਹਨਾਂ ਦੀ ਜੁੜਦੀ ਸੀ। ਬਿਲਕੁਲ ਇੰਦਰਾ ਗਾਂਧੀ ਤੇ ਹੀ ਆਏਗੀ ਗੱਲ। ਉਹਨਾਂ ਨੇ ਉਸ ਫੈਸਲੇ ਦੇ ਵਾਸਤੇ ਉਹ ਬਿਆਨ ਦੇਤਾ ਜਿਹੜਾ ਸਿੱਖਾਂ ਨੂੰ ਪਸੰਦ ਨਹੀਂ ਸੀ। ਇਹ ਤੁਸੀਂ ਡਾਕਟਰ ਰੂਪ ਸਿੰਘ ਦੀ ਕਿਤਾਬ ਹੈਗੀ ਆ, ਉਹਦੇ 'ਚ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ ਉਹਦੇ 'ਚ ਪੜ੍ਹ ਸਕਦੇ ਹੋ। ਉਹਨਾਂ ਦੇ ਉੱਤੇ ਹੁਕਮਨਾਮਾ, ਉਹਨਾਂ ਨੂੰ ਮੀਨਸ ਸੱਦਾ ਦਿੱਤਾ ਗਿਆ ਵੀ ਆ ਕੇ ਸਪਸ਼ਟੀਕਰਨ ਦਿਓ ਅਕਾਲ ਤਖਤ ਸਾਹਿਬ ਤੇ। ਇਹ ਅਗਲੀ ਗੱਲ ਹੈ, ਵਿਸ਼ੇਸ਼ਣ ਵੀ ਉਹ ਬਾਦਲ ਨੇ ਕਰਵਾਇਆ ਨਹੀਂ ਕਰਵਾਇਆ, ਪਰ ਉਹਨਾਂ ਨੂੰ ਸੱਦਾ ਗਿਆ। ਸੱਦਾ ਜਾਣ ਤੋਂ ਬਾਅਦ ਇੰਦਰਾ ਗਾਂਧੀ ਕੋਲ ਵੀ ਗੱਲ ਪਹੁੰਚ ਗਈ ਵੀ ਜੇ ਇਹ ਉੱਥੇ ਜਾਏਗਾ ਤਾਂ ਮੇਰੇ ਫੈਸਲੇ ਦੀ ਹੇਠੀ ਹੋਏਗੀ। ਤਾਂ ਉਹਨੇ ਸੰਤੋਖ ਸਿੰਘ ਜੀ ਨੂੰ ਬੁਲਾਇਆ। ਉਹ ਕਹਿੰਦੇ ਜਥੇਦਾਰ ਜੀ, ਤੁਸੀਂ ਉਹਨਾਂ ਲੋਕਾਂ ਚੋਂ ਹੋ ਜਿਨ੍ਹਾਂ ਦੀ ਕਾਰ ਚੈੱਕ ਨਹੀਂ ਕੀਤੀ ਜਾਂਦੀ ਮੇਰੀ ਕੋਠੀ ਚਾਣ 'ਚ। ਸੋ ਤੁਸੀਂ ਜੇ ਉੱਥੇ ਜਾਂਦੇ ਹੋ, ਤੁਹਾਡੀ ਨਹੀਂ ਬੇਇੱਜ਼ਤੀ ਹੋਣੀ, ਬੇਇੱਜ਼ਤੀ ਮੇਰੀ ਹੋਣੀ ਹੈ ਤੇ ਇੰਡੀਅਨ ਗਵਰਨਮੈਂਟ ਦੀ ਹੋਣੀ ਹੈ। ਤੁਸੀਂ ਉੱਥੇ ਜਾਣਾ ਨਹੀਂ ਹੈ। ਮੈਨੂੰ ਪਤਾ ਲੱਗਾ ਵੀ ਤੁਹਾਨੂੰ ਸੱਦਾ ਆਇਆ ਹੈ। ਇੰਟੈਲੀਜੈਂਸੀ ਕਿੱਥੋਂ ਤੱਕ ਦੀ ਹੈ? ਸਰਦਾਰ ਸੰਤੋਖ ਸਿੰਘ ਨੇ ਜਦੋਂ ਇੰਦਰਾ ਗਾਂਧੀ ਨੂੰ ਇਹ ਜਵਾਬ ਦਿੱਤਾ ਕਿ ਜੀ ਉਹ ਅਕਾਲ ਤਖਤ ਸਾਹਿਬ ਹੈ, ਉਹ ਦਿੱਲੀ ਤਖਤ ਤੋਂ ਨੀਵਾਂ ਨਹੀਂ ਕਦੇ ਵੀ ਚੱਲ ਸਕਦਾ। ਉਹ ਤਾਂ ਸਾਡੇ ਲਈ, ਸਿੱਖਾਂ ਲਈ ਖਾਸ ਕਰਕੇ ਉਹ ਹਮੇਸ਼ਾ ਉੱਪਰ ਹੀ ਰਹੂਗਾ। ਉਹ ਸਾਡਾ ਤਖਤ ਹੈ, ਅਸੀਂ ਉੱਥੋਂ ਸਾਰੀਆਂ ਅਗਵਾਈਆਂ ਲੈਂਦੇ ਆ ਐਜ਼ ਏ ਸਿੱਖ। ਮੈਨੂੰ ਉੱਥੇ ਜਾਣਾ ਹੀ ਪਏਗਾ, ਬੇਸ਼ੱਕ ਤੁਸੀਂ ਮੈਨੂੰ ਕਾਂਗਰਸ 'ਚ ਰੱਖੋ ਜਾਂ ਨਾ ਰੱਖੋ। ਮੈਂ ਕਹਿੰਦਾ ਆਪਣੀ ਰਾਜਨੀਤਿਕ ਸਫ਼ਰ ਦੇ ਵਿੱਚ ਉਸ ਦਿਨ ਇੰਦਰਾ ਗਾਂਧੀ ਨੇ ਡਾਇਰੀ 'ਚ ਲਿਖ ਲਿਆ ਵੀ ਆਹ ਤਖਤ ਢਾਉਣਾ ਹੈ। ਵੀ ਜੇ ਅੱਜ ਮੇਰਾ ਇੰਨਾ ਨੇੜਲਾ ਬੰਦਾ ਵੀ ਮੇਰੇ ਤੋਂ 1 ਮਿੰਟ 'ਚ ਬਾਗੀ ਹੋ ਗਿਆ ਕਿ ਮੈਂ ਤਖਤ ਵੱਲ ਜਾਣਾ, ਮੈਂ ਤੇਰੇ ਵੱਲ ਨਹੀਂ ਆਉਣਾ, ਤਾਂ ਕੱਲ ਤੱਕ ਕੋਈ ਵੀ ਜਾ ਸਕਦਾ ਹੈ। ਮੈਂ ਉਹ ਤਖਤ ਢਾਉਣਾ ਹੀ ਢਾਉਣਾ ਹੈ। ਇਹਦੇ ਤੇ ਪਲੈਨਿੰਗ ਸ਼ੁਰੂ ਹੋ ਗਈ। ਮਤਲਬ ਇਹ ਫੈਸਲਾ ਏਜੰਸੀਆਂ ਦਾ ਹੁੰਦਾ ਹੈ ਜੀ। 3 ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਅੱਜ ਤੁਸੀਂ ਪ੍ਰੈਕਟੀਕਲ ਦਾ ਹਾਲ ਦੇਖ ਲਓ, ਤੁਹਾਨੂੰ ਸਾਰੀ ਗੱਲ ਸਪਸ਼ਟ ਹੋ ਜਾਊਗੀ। 3 ਚੀਜ਼ਾਂ ਨੇ ਇਸ ਘੱਲੂਘਾਰੇ ਦੇ ਵਿੱਚ ਬਹੁਤ ਵੱਡਾ, ਇਸ ਤੋਂ ਪਹਿਲਾਂ ਜਿਹੜਾ ਧਰਮ ਯੁੱਧ ਮੋਰਚਾ ਚੱਲਿਆ ਤੇ ਇਹ ਜਿਹੜਾ ਟਾਈਮ ਸੀ, ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਅਦਾ ਕੀਤਾ। ਨੰਬਰ 1 ਅਕਾਲ ਤਖਤ ਸਾਹਿਬ ਜੀ, ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਉਹਨੂੰ ਮਿਲਾ ਕੇ ਜੀ। ਨੰਬਰ 2 ਦਮਦਮੀ ਟਕਸਾਲ ਜੀ। ਨੰਬਰ 3 ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਇਹ 3 ਧਿਰਾਂ ਐਸੀਆਂ ਸੀ ਕਿ ਜਿਨ੍ਹਾਂ ਨੇ ਕਦੇ ਵੀ ਇੰਡੀਅਨ ਏਜੰਸੀਜ਼ ਦੀ ਈਨ ਨਹੀਂ ਬਰਦਾਸ਼ਤ ਕੀਤੀ ਡਿਊਰਿੰਗ ਦਿਸ ਪੀਰੀਅਡ। ਸਬਕਾ ਸੰਤ ਜਰਨੈਲ ਸਿੰਘ ਜੀ ਦਾ ਪੂਰਾ 84 ਤੋਂ ਪਹਿਲਾਂ, 84 ਤੋਂ ਪਹਿਲਾਂ ਸਬਕਾ ਸੰਤ ਜਰਨੈਲ ਸਿੰਘ ਜੀ ਦਾ ਸਾਥ ਦਿੱਤਾ ਖੁੱਲ੍ਹ ਕੇ। ਤਾਂ ਸੈਂਟਰ ਦੀਆਂ ਏਜੰਸੀਆਂ ਨੇ ਕਿਹਾ ਕਿ ਇੱਕ ਤਾਂ ਤਖਤ ਦੀ ਜਿਹੜੀ ਇੱਜ਼ਤ ਹੈ ਉਹ ਸਿੱਖਾਂ ਦੇ ਮਨ ਚੋਂ ਘਟਾਉਣੀ ਹੈ, ਦੂਜਾ ਫੈਡਰੇਸ਼ਨ ਖਤਮ ਕਰਨੀ ਹੈ, ਤੀਜਾ ਟਕਸਾਲ ਖਤਮ ਕਰਨੀ ਹੈ। ਅੱਜ 3 ਹੀ ਗੱਲਾਂ ਤੁਹਾਡੇ ਸਾਹਮਣੇ ਆਈਆਂ ਨੇ। ਉਹ ਤਖਤ ਦਾ ਹੁਕਮ, ਮੈਂ ਛੋਟਾ ਜਿਹਾ ਸੀ 78 ਦੇ ਵਿੱਚ, ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਜਦੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਨਿਰੰਕਾਰੀਆਂ ਦੇ ਖਿਲਾਫ, ਮੇਰੇ ਮਦਰ, ਮੇਰੇ ਬੀਬੀ ਜੀ ਮੈਨੂੰ ਭੇਜਦੇ ਸੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਵੀ ਉੱਥੇ ਇੱਕ ਹੁਕਮਨਾਮਾ ਲੱਗਿਆ, ਅਕਾਲ ਤਖਤ ਸਾਹਿਬ ਤੋਂ ਆਇਆ। ਉਹਨਾਂ ਨੇ ਫੋਟੋ ਸਟੇਟ ਕਰਕੇ ਲਾਇਆ ਉੱਥੇ ਟਾਈਪ ਕਰਕੇ, ਉਹ ਸਾਰਾ ਪੜ੍ਹ ਕੇ ਆਈ, ਆ ਕੇ ਦੱਸੀ ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਵੀ ਅਕਾਲ ਤਖਤ ਸਾਹਿਬ ਨੇ ਸਾਨੂੰ ਮਨਾ ਕੀਤਾ ਹੋਵੇ ਤੇ ਅਸੀਂ ਉਹ ਕਰੀ ਜਾਈਏ ਜੀ। ਇੰਨਾ ਵੱਡਾ ਇੱਜ਼ਤ ਸੀ ਅਕਾਲ ਤਖਤ ਦੇ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ। ਤੇ ਅੱਜ ਸਾਨੂੰ ਪਤਾ ਹੀ ਲੱਗਦਾ ਨਹੀਂ ਕਦੋਂ ਹੁਕਮਨਾਮਾ ਜਾਰੀ ਹੋਗਾ ਕਿ ਅਸੀਂ ਉਹ ਸਫਲ ਹੋ ਗਏ ਨਾ। ਇੱਥੋਂ ਤੱਕ ਆ ਗਿਆ ਕਿ ਇੱਕ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਡਰੈਸ ਪਾ ਕੇ ਸਾਡਾ ਮਜ਼ਾਕ ਉਡਾਇਆ, ਸਾਡੀ ਬੇਇੱਜ਼ਤੀ ਕੀਤੀ, ਸਾਡੇ ਗੁਰੂ ਦੀ ਅਜ਼ਮਤ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਜਾਣ ਬੁੱਝ ਕੇ। ਤੇ ਬਾਦਲਾਂ ਨੇ ਉਹਦੇ ਨਾਲ ਯਾਰੀ ਪੁਗਾ ਕੇ ਤੇ ਅਕਾਲ ਬਿਨ ਮੰਗਿਆ ਮਾਫੀ, ਬਿਨ ਮੰਗਿਆ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਾਤੀ। ਤੇ ਸਾਹਮਣੇ ਆਇਆ ਗੁਰਮੁਖ ਸਿੰਘ ਰਾਹੀਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ। ਭਾਵੇਂ ਬਾਅਦ ਚ ਗੁਰਮੁਖ ਸਿੰਘ ਮੁੱਕਰ ਗਿਆ, ਪਰ ਉਹ ਕੈਮਰੇ ਅੱਗੇ ਆ ਕੇ ਬੋਲ ਗਿਆ ਵੀ ਸਾਨੂੰ ਫਲਾਣੀ ਕੋਠੀ 'ਚ ਬੁਲਾਇਆ, ਫਲਾਣਾ ਚੀਮਾ ਬਾਦਲ ਬੈਠੇ ਸੀ, ਸੁਖਬੀਰ ਬੈਠਾ ਸੀ, ਸਾਨੂੰ ਜ਼ੋਰ ਪਾਇਆ ਵੀ ਆ ਜਾ ਕੇ ਗੱਲ ਕਹਿਣੀ ਹੈ। ਸੋ ਉਹ ਹੋ ਗਿਆ। ਅਕਾਲ ਤਖਤ ਸਾਹਿਬ ਦੀ ਜੋ ਉਹ ਚਾਹੁੰਦੇ ਸੀ ਉਸ ਰੂਪ 'ਚ ਆ ਗਿਆ।
ਹਜੇ ਅੱਗੇ ਕਦੋਂ ਅਸੀਂ ਪੁਰਾਣੇ ਰੁਤਬੇ ਅਕਾਲੀ ਫੂਲਾ ਸਿੰਘ ਜੀ ਤੇ ਪਹੁੰਚਾਂਗੇ, ਇਹ ਅਗਲੀ ਗੱਲ ਹੈ ਜੀ। ਇਹ ਅਸੀਂ ਸੋਚਣਾ ਹੈ, ਅਸੀਂ ਕਰਨਾ ਹੈ। ਹੂੰ ਹੂੰ ਦੂਜੀ ਗੱਲ ਫੈਡਰੇਸ਼ਨ ਸੀ, ਹੂੰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ। ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਜਿੰਨੀਆਂ ਵੀ ਏਸ਼ੀਆ ਦੇ ਵਿੱਚ, ਏਸ਼ੀਆ ਇਨਕਲੂਡਿੰਗ ਇੰਡੀਆ, ਉਸ ਟਾਈਮ ਇੰਡੀਆ ਦੇਸ਼ ਨਹੀਂ ਸੀਗਾ, ਅੱਛਾ, ਏਸ਼ੀਆ ਵਿੱਚ ਜਿੰਨੀਆਂ ਵੀ ਸਟੂਡੈਂਟਸ ਜਥੇਬੰਦੀਆਂ ਅੱਜ ਕੰਮ ਕਰ ਰਹੀਆਂ ਨੇ, ਸਭ ਤੋਂ ਪੁਰਾਣੀ ਲਾਹੌਰ 'ਚ 1944 ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਣੀ ਸੀ। ਉਹਨੇ ਬਹੁਤ ਵੱਡੇ ਵੱਡੇ ਬੰਦੇ ਆਪਣੇ ਵਿੱਚੋਂ ਪੈਦਾ ਕੀਤੇ ਨੇ, ਜਿਹੜੇ ਸਿੱਖੀ ਵੀ ਜਾਣਦੇ ਸੀ, ਜਿਹੜੇ ਪੜ੍ਹਾਈ ਵੀ, ਕਿਉਂਕਿ ਸਟੂਡੈਂਟਸ ਸੀ ਨਾ, ਉਹ ਵਿਦਿਆਰਥੀ ਸੀ, ਔਰ ਯੂਥ ਸਾਂਭਿਆ ਸੀ, ਯੂਥ ਸਾਰਾ ਸਾਂਭਿਆ ਸੀ। ਇਹਦੀ ਇੱਕ ਹੋਰ ਕਹਾਣੀ ਹੈ ਇਹ। ਚਲੋ ਉਸ ਤੋਂ ਬਾਅਦ ਫੈਡਰੇਸ਼ਨ ਦਾ ਕੀ ਹੋਇਆ ਅੱਜ ਸਾਨੂੰ ਪਤਾ ਹੀ ਨਹੀਂ ਵੀ ਮਹਿਤਾ ਫੈਡਰੇਸ਼ਨ ਕਿੱਧਰ ਜਾ ਰਹੀ ਹੈ, ਭੋਮਾ ਫੈਡਰੇਸ਼ਨ ਕਿੱਧਰ ਜਾ ਰਹੀ ਹੈ, ਗਰੇਵਾਲ ਫੈਡਰੇਸ਼ਨ ਕਿੱਧਰ ਜਾ ਰਹੀ ਹੈ, ਮਹਿਤਾ ਚਾਵਲਾ ਕਿੱਧਰ ਜਾ ਰਿਹਾ ਹੈ। ਇਸ ਆਪਣਾ ਪੀਰ ਮੁਹੰਮਦ ਸਾਹਿਬ ਹੁਣ ਛੱਡ ਗਏ ਨੇ ਥੋੜ੍ਹੇ ਜਿਹੇ ਬਜ਼ੁਰਗੀ ਕਰਕੇ, ਉਹ ਕਿੱਧਰ ਜਾ ਰਹੇ ਨੇ। ਇਹ ਮਤਲਬ ਕਹਿਣ ਤੋਂ ਵੀ ਉਹ ਫੈਡਰੇਸ਼ਨ ਵੀ ਇਹਨਾਂ ਨੇ ਖੜਾਤੀ। ਤੀਜੀ ਆਈ ਦਮਦਮੀ ਟਕਸਾਲ। ਦਮਦਮੀ ਟਕਸਾਲ ਦਾ ਵਾਕਈ ਬੜਾ ਵੱਡਾ ਰੋਲ ਸੀਗਾ। ਵੈਸੇ ਤਾਂ ਇਹ ਗੁਰੂ ਸਾਹਿਬ ਤੋਂ ਵਰਸਾਈ ਹੋਈ ਹੈ, ਉਹਦੇ ਕਰਕੇ ਸਿੱਖਾਂ 'ਚ ਇਹਦਾ ਸੀਗਾ। ਤੇ ਇੱਕ ਇਹਨਾਂ ਨੇ ਇਹ ਚੀਜ਼ ਸਾਂਭ ਕੇ ਰੱਖੀ ਸੀ ਕਿ ਸਿਰੜ ਪਾਲਿਆ ਸੀ ਤੇ ਗੁਰਬਾਣੀ ਦਾ ਸਹੀ ਉਚਾਰਨ, ਸਹੀ ਅਰਥ ਇਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਏ ਨੇ। ਇਹਦੇ ਕਰਕੇ ਟਕਸਾਲ ਦੀ ਬਹੁਤ ਵੱਡੀ ਦੇਣ ਸੀ। ਉਹਦੇ ਵਿੱਚੋਂ ਸੰਤ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਨਿਕਲੇ ਜੀ। ਸੈਂਟਰ ਨੇ ਦੇਖ ਲਿਆ, ਏਜੰਸੀਆਂ ਨੇ ਦੇਖ ਲਿਆ ਵੀ ਜਿਹੜੀ ਟਕਸਾਲ ਹੈ ਇਹਦਾ ਇੱਕ ਤਾਂ ਪ੍ਰਭਾਵ ਬੜਾ ਠੋਸ ਹੈ ਜੀ, ਡੂੰਘਾ ਹੈ, ਤੇ ਦੂਜਾ ਇਹ ਸਿਰੜੀ ਬਹੁਤ ਹੈ ਸਿੱਖ ਤੌਰ ਤੇ। ਖਾਸ ਕਰ ਕਰਤਾਰ ਸਿੰਘ ਜੀ ਸੰਤ ਜੀ ਤੇ ਜਰਨੈਲ ਸਿੰਘ ਜੀ ਨੂੰ ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਕਹਾ ਵੀ ਟਕਸਾਲ ਵੀ ਖਤਮ ਕਰਨੀ ਹੈ। ਅੱਜ ਜੇ ਸੰਤ ਜਰਨੈਲ ਸਿੰਘ ਨੇ ਸ਼ਹਾਦਤ ਪਾਈ ਹੈ ਇਸ RSS ਦੀਆਂ ਪਾਲਿਸੀਆਂ ਨਾਲ, ਇਸ ਦੇਸ਼ ਦੀ ਸਟੇਟ ਪਾਲਿਸੀ ਜਿਹੜੀ ਸਿੱਖਾਂ ਤੇ ਮਾਈਨੋਰਿਟੀ ਦੇ ਉਲਟ ਹੈ, ਉਹਦੇ ਨਾਲ ਟੱਕਰ ਲੈ ਕੇ ਸ਼ਹਾਦਤ ਦਿੱਤੀ ਹੈ, ਤੇ ਉਸੇ ਟਕਸਾਲ ਦਾ ਅੱਜ ਦਾ ਮੁਖੀ ਧੁੰਮਾ ਜਾ ਕੇ RSS ਦੇ ਪੈਰਾਂ 'ਚ ਬੈਠਦਾ ਹੈ। ਭਾਈ ਅਮਰੀਕ ਸਿੰਘ ਨੇ ਸ਼ਹਾਦਤ ਦਿੱਤੀ ਹੈ, ਉਹਦਾ ਭਰਾ ਭਾਈ ਮਨਜੀਤ ਸਿੰਘ ਗਦਾਰਾਂ 'ਚ ਬੈਠਦਾ ਹੈ। ਮੈਂ ਫੈਡਰੇਸ਼ਨ ਦਾ ਤੁਹਾਡੇ ਸਾਹਮਣੇ ਬੋਲ ਰਿਹਾ, ਮੇਰਾ ਜਿੱਥੋਂ ਮਰਜ਼ੀ ਰਿਕਾਰਡ ਪਤਾ ਕਰ ਲਓ, ਜੋ ਸੰਤ ਜਰਨੈਲ ਸਿੰਘ ਦੇ ਟਾਈਮ ਤੇ ਮੈਨੂੰ ਸਿੱਖਿਆ ਮਿਲੀ ਹੈ, ਅੱਜ ਤੱਕ ਕੱਲ ਦਾ ਮੈਂ ਕਹਿੰਦਾ ਉਸੇ ਤੇ ਚੱਲ ਰਿਹਾ, ਪਰ ਮੇਰੇ ਸੀਨੀਅਰ ਮਹਿਤਾ ਚਾਵਲਾ ਗਦਾਰਾਂ 'ਚ ਬੈਠੇ। ਸੋ ਕਹਿਣ ਤੋਂ ਇਹ ਹੈ ਵੀ ਇੱਥੇ ਸਾਨੂੰ ਐਨਾਲਿਸਿਸ ਕਰਨਾ ਪਏਗਾ, ਆਪਣੀਆਂ ਕਮਜ਼ੋਰੀਆਂ ਦੇਖਣੀਆਂ ਪੈਣਗੀਆਂ, ਕਿੱਥੇ ਕਿੱਥੇ ਅਸੀਂ ਕਿਹਾ ਜੀ ਮਾਰ ਖਾਧੀ ਹੈ। ਮੇਰੇ ਹੱਥ 'ਚ ਇੱਕ ਡਾਇਰੀ ਹੈ ਮੇਰੀ। ਇਸ ਡਾਇਰੀ ਦੇ ਵਿੱਚ ਮੈਂ ਪਾਰਟਿਕੂਲਰ ਸ਼ਾਇਦ ਇਹਦੇ 2 ਮਿੰਟ ਲੱਗ ਜਾਣ ਜੀ, ਤੁਸੀਂ ਲਾਓ। ਇਹ 1911 ਜਦੋਂ ਬ੍ਰਿਟਿਸ਼ਰ ਦਾ ਰਾਜ ਸੀ, ਇੱਕ ਅਫੀਸਰ ਸੀ ਉਹਨਾਂ ਦਾ ਇੰਡੀਆ ਦੇ ਵਿੱਚ ਕੰਮ ਕਰਦਾ, ਉਹਦਾ ਨਾਂ ਸੀ ਡੀ ਪੈਟਰੀ ਜੀ। ਡੀ ਪੈਟਰੀ ਨੂੰ ਕਿਹਾ ਗਿਆ ਕਿ ਤੁਸੀਂ ਪੋਲੀਟੀਕਲ ਐਨਾਲਿਸਿਸ ਭੇਜੋ ਪੰਜਾਬ ਦਾ। ਉਹਨੇ 10 ਸਾਲ ਦਾ 1901 ਤੋਂ ਲੈ ਕੇ 1911 ਤੱਕ ਦਾ ਐਨਾਲਿਸਿਸ ਭੇਜਿਆ। ਅੱਜ ਵੀ ਉਹ ਨੈਸ਼ਨਲ ਐਡਵਾਈਜ਼ਰੀ ਜਿਹੜੇ ਆਰਕਾਈਵਜ਼ ਹੈ ਨਿਊ ਦਿੱਲੀ, ਉੱਥੇ ਪਿਆ ਉਹ ਰਿਪੋਰਟ ਓਰੀਜਨਲ। ਉਹਦੇ ਵਿੱਚ ਉਹ ਕੀ ਕਹਿੰਦਾ ਹੈ, ਬਾਕੀ ਦਾ ਰਿਪੋਰਟ ਬਹੁਤ ਵੱਡੀ ਹੈ। ਉਹ ਕਹਿੰਦਾ ਇੱਥੇ ਸਿੱਖ ਤੇ ਹਿੰਦੂ ਦਾ ਬੜਾ ਵੱਡਾ ਕਲੈਸ਼ ਹੈ। 1901 ਦੇ ਵਿੱਚ, 1911 ਦੇ ਵਿੱਚ ਇਹ ਗੱਲ 10 ਸਾਲ ਦੀ ਰਿਪੋਰਟ ਹੈ ਜੀ, ਅੱਜ ਵੀ ਪਈ ਹੈ ਦਿੱਲੀ ਆਰਕਾਈਵਜ਼ ਦੇ ਵਿੱਚ। ਡੀ ਪੈਟਰਿਕ ਉਹ ਸੀਗਾ ਜੀ ਅਸਿਸਟੈਂਟ ਡਾਇਰੈਕਟਰ ਕ੍ਰਿਮੀਨਲ ਇੰਟੈਲੀਜੈਂਸ ਬ੍ਰਿਟਿਸ਼ ਗਵਰਨਮੈਂਟ ਜਿਹੜੀ ਇੱਥੇ ਰਾਜ ਕਰਦੀ ਸੀ। ਇੰਨੇ ਵੱਡੇ ਅਹੁਦੇ ਦਾ ਬੰਦਾ ਹੈ। ਉਹ ਕਹਿੰਦਾ ਹੈ ਕਿਉਂ, ਉਹ ਕਹਿੰਦਾ ਕਿਉਂਕਿ ਜਿਹੜਾ ਸਿੱਖ ਹੈ ਸੋਚ, ਉਹ ਜਾਤ ਪਾਤ ਨੂੰ ਮੰਨਦੀ ਨਹੀਂ ਹੈ। ਇਹ ਉਹਦੇ 'ਚ ਲਿਖਿਆ ਪਿਆ ਰਿਪੋਰਟ 'ਚ ਜੀ। ਪਰ ਹਿੰਦੂ ਧਰਮ ਦਾ ਤਾਣਾ ਬਾਣਾ ਹੀ ਜਾਤ ਪਾਤ ਦੇ ਰਾਹੀਂ ਚੱਲਦਾ। ਇਸ ਕਰਕੇ ਜਿਹੜੇ ਅਮੀਰ ਹਿੰਦੂ ਤੇ ਪੜ੍ਹੇ ਲਿਖੇ ਹਿੰਦੂ ਨੇ, ਉਹ ਆਪਣੇ ਬੱਚਿਆਂ ਨੂੰ ਸਿੱਖਾਂ ਤੋਂ ਤੇ ਖਾਸ ਕਰ ਅੰਮ੍ਰਿਤਧਾਰੀਆਂ ਤੋਂ ਦੂਰ ਰੱਖਦੇ। ਅਖੀਰ ਵਿੱਚ ਉਹਨੇ ਕੀ ਕਿਹਾ, ਉਹ ਸਾਡੇ ਕੰਮ ਦੀ ਗੱਲ ਹੈ। ਅਖੀਰ ਵਿੱਚ ਕਿਹਾ, ਜਦੋਂ ਮੈਂ, ਉਹ ਕਹਿੰਦਾ ਡੀ ਪੈਟਰੀ, ਜਦੋਂ ਮੈਂ ਪੜ੍ਹੇ ਲਿਖੇ ਹਿੰਦੂਆਂ ਨੂੰ ਪੁੱਛਿਆ ਵੀ ਜੇਕਰ ਇਹ ਸੋਚ ਤੁਹਾਨੂੰ ਇੰਨਾ ਡਰਾਉਂਦੀ ਹੈ, ਫਿਰ ਤੁਸੀਂ ਕੀ ਕਰੋਗੇ ਭਵਿੱਖ 'ਚ? ਤਾਂ ਉਹ ਕਹਿੰਦਾ, ਉਹਨਾਂ ਨੇ ਮੈਨੂੰ ਕਿਹਾ ਕਿ ਵੀ ਹੈਡ ਮੇਡ ਸੋ ਮੈਨੀ ਸੀਰੀਅਸ ਇਨਰੋਡਸ ਇਨ ਸਿੱਖ ਡੋਮੇਨ। ਅਸੀਂ ਸਿੱਖ ਖਿੱਤਿਆਂ ਦੇ ਵਿੱਚ ਐਸੀਆਂ ਇਨਰੋਡਸ ਬਣਾ ਲੀਆਂ ਨੇ, ਐਸੇ ਆਪਣੇ ਏਜੰਟ ਭੇਜ ਦਿੱਤੇ ਨੇ ਜਿਹੜੇ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਣਾ ਰੰਗ ਦਿਖਾਣਗੇ ਤੇ ਉਹ ਬੋਧੇ ਕਰ ਦਾਂਗੇ ਅਸੀਂ ਸਿੱਖਾਂ ਨੂੰ। ਉਹ ਇਨਰੋਡਸ ਕਿਹੜੀਆਂ ਨੇ? ਮੇਰੇ ਹਿਸਾਬ ਨਾਲ ਜਿਹੜਾ ਮੀਰੀ ਪੀਰੀ ਤੋਂ ਟੁੱਟ ਕੇ ਕੋਈ ਸਿੱਖ ਕਿਸੇ ਡੇਰੇ 'ਚ ਜਾਂਦਾ ਹੈ,
ਕਿਸੇ ਬੰਦੇ ਨਾਲ ਚੱਲਦਾ ਹੈ, ਕਿਸੇ ਪੋਲੀਟੀਕਲ ਪਾਰਟੀ ਨਾਲ ਚੱਲਦਾ ਹੈ। ਜਿਹੜਾ ਬੰਦਾ ਤੁਹਾਡੀ ਸਿੱਖ ਸੋਚ ਤੋਂ ਪਰਾਂ ਹਟ ਕੇ ਚੱਲਦਾ ਹੈ, ਉਹ ਉਹਨਾਂ ਵੱਲੋਂ ਬਣਾਏ ਇਨ ਰੋਡਸ ਦੇ ਨਕਸ਼ੇ ਦੇ ਉੱਤੇ ਚੱਲਦਾ ਹੈ, ਭਾਵ ਚਲਾਇਆ ਜਾਂਦਾ ਉਹ ਇਨ ਰੋਡ ਕਿਸੇ ਰਾਹੀਂ, ਚਾਹੇ ਉਹਨੂੰ ਨਾਨਕ ਸਰੀਏ ਕਹਿ ਦਿਓ, ਚਾਹੇ ਅੱਜ ਦੇ ਸੰਤ ਯੂਨੀਅਨ ਕਹਿ ਲਓ, ਜਿਹਦਾ ਅੱਜ ਬੜੀ ਬਦਕਿਸਮਤੀ ਨਾਲ ਜਿਹਦਾ ਪ੍ਰਧਾਨ ਧੁੰਮਾ ਸਾਹਿਬ ਨੇ। ਸੋ ਇਹ ਸਾਰੇ ਜਾਂ ਪੋਲੀਟੀਕਲ ਬੰਦੇ ਬਾਦਲ ਹੋਣਾ ਦੀ ਆਪਾਂ ਗੱਲ ਕੀਤੀ ਹੈ, ਜਾਂ ਅਮਰਿੰਦਰ ਹੋਣਾ ਦੀ ਗੱਲ ਕੀਤੀ ਹੈ, ਇਹ ਸਾਰੇ ਇਨ ਰੋਡਸ ਨੇ ਜਿਹੜੇ ਸਿੱਖੀ ਨੂੰ ਠੇਸ ਪਹੁੰਚਾਉਣ ਲਈ ਇਸ ਦੇਸ਼ ਦੀਆਂ ਏਜੰਸੀਆਂ ਨੇ ਉਸ ਵਕਤ ਹੀ ਸੋਚਣਾ ਸ਼ੁਰੂ ਕਰਤਾ ਸੀ ਜਦੋਂ ਅਜੇ ਇੱਥੇ ਅੰਗਰੇਜ਼ਾਂ ਦਾ ਰਾਜ ਸੀ। ਇੱਕ ਉਦਾਹਰਨ ਮੈਂ ਦਿੱਤੀ ਹੈ ਵੀ ਜੋ ਦਇਆਨੰਦ ਸਰਸਵਤੀ ਨੇ 1870 ਚ ਕਿਹਾ ਜੀ, ਉਹ ਇਸ ਦੇਸ਼ ਦੇ ਸੰਵਿਧਾਨ ਨੇ 1950 ਦੇ ਵਿੱਚ ਲਿਖਿਆ। ਦੂਜਾ ਇਹ ਕਿ ਜੋ ਡੀ ਪੈਟਰੀ ਨੇ ਸ਼ੰਕੇ ਪੈਦਾ ਕੀਤੇ ਉਹ ਅੱਜ ਅਸੀਂ ਦੇਖ ਰਹੇ ਹਾਂ ਜੀ। ਤਖਤ ਨਾਲ ਲੜਾਈ ਹੋ ਗਈ। ਤਖਤ ਨੂੰ ਜਿਹਨੂੰ ਕਹਿੰਦੇ ਨੇ ਡਿਟੀਰੀਓਰੇਟ, ਉਹਨੂੰ ਛਿੱਦਾ ਕਰਨ ਦੇ ਲਈ ਤੇ ਪ੍ਰਭਾਵ ਨੂੰ ਘਟਾਉਣ ਲਈ ਇਹ ਸਾਰਾ ਕੁਝ ਹੋਇਆ ਜੋ ਘੱਲੂਘਾਰਾ ਅਸੀਂ ਕਹਿੰਦੇ ਆ। ਇੱਕ ਮਨ 'ਚ ਸਵਾਲ ਆ ਰਿਹਾ ਜੀ, ਜਿਵੇਂ ਆਪਾਂ 84 ਦੀ ਉਹ ਪੂਰੀ ਘਟਨਾ ਨੂੰ ਦੇਖਦੇ ਆ, ਰੌਂਗਟੇ ਖੜੇ ਕਰ ਦੇਣ ਵਾਲੀ ਏ, ਕਿਤੇ ਉਹ ਚੀਜ਼ ਕਰਦੇ ਕਰਦੇ ਅੱਖਾਂ 'ਚੋਂ ਪਾਣੀ ਆ ਜਾਂਦਾ, ਸੁਣਦੇ ਆ ਜਾਂਦਾ, ਕਰਦੇ ਆ ਜਾਂਦਾ। ਆਖਰਕਾਰ ਮੈਂ ਇਨਸਾਨ ਆ। ਵੱਖਰੀ ਗੱਲ ਹੈ ਕਿ ਐਂਕਰ ਦੀ ਕੁਰਸੀ ਤੇ ਬੈਠਾ ਹੋਇਆ ਵਾਂ। ਜਦੋਂ ਦਰਬਾਰ ਸਾਹਿਬ ਗੋਲਾਬਾਰੀ ਹੁੰਦੀ ਹੈ, ਟੈਂਕੀ ਖਤਮ ਕਰ ਦਿੰਦੇ ਆ ਤਾਂ ਕਿ ਇਹਨਾਂ ਨੂੰ ਪਾਣੀ ਦੀ ਕਿੱਲਤ ਆ ਜਾਵੇ ਕਿਸੇ ਤਰੀਕੇ ਬਾਹਰੋਂ, ਜਾਂ ਉਸ ਤੋਂ ਬਾਅਦ ਸਾਡਾ ਫੋਨ ਬੰਦ ਹੋ ਗਿਆ, ਸਾਡੀ ਬਿਜਲੀ ਕੱਟ ਹੋ ਗਈ। ਤੁਸੀਂ ਦੇਖੋ ਵੀ ਦਰਬਾਰ ਸਾਹਿਬ ਬਿਲਕੁਲ ਵਿਚਕਾਰ ਹੈ। ਦਰਬਾਰ ਸਾਹਿਬ ਦਾ ਨੁਕਸਾਨ ਹੋਇਆ, ਪਰ ਉਹਨਾਂ ਨਹੀਂ ਹੋਇਆ ਜਿੰਨਾ ਉਹਨਾਂ ਨੇ ਤਖਤ ਨੂੰ ਨਿਸ਼ਾਨਾ ਬਣਾਇਆ। ਹਾਂ, ਮੈਂ ਇੱਥੇ ਇਹ ਮਹਿਸੂਸ ਕਰਦਾ ਕਿ ਉਹਨਾਂ ਨੇ ਕੁਝ ਆਪਣਾ ਬਚਾਓ ਕੀਤਾ ਵੀ ਅਸੀਂ ਤੁਹਾਡੇ ਧਰਮ ਨਾਲ ਛੇੜਖਾਨੀ ਨਹੀਂ ਕੀਤੀ। ਅਸਲ ਵਿੱਚ ਉਹਨਾਂ ਦਾ ਮਨਸੂਬਾ ਜਿਹੜਾ ਸੰਤੋਖ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਮਨ 'ਚ ਪੱਕੇ ਤੌਰ ਤੇ ਆ ਗਿਆ, ਉਹ ਇਹ ਸੀ ਕਿ ਅਸੀਂ ਇਸ ਤਖਤ ਨੂੰ ਇਸ ਦੇਸ਼ ਵਿੱਚ ਨਹੀਂ ਰਹਿਣ ਦੇਣਾ। ਕਿਉਂਕਿ ਦੋ ਤਖਤ ਜਿਹੜੇ ਨੇ ਇੱਕ ਦੇਸ਼ ਦੇ ਵਿੱਚ ਨਹੀਂ ਰਹਿ ਸਕਦੇ, ਪਰ ਅਸੀਂ ਤਾਂ ਆਪਣੇ ਤਖਤ ਮੁਤਾਬਕ ਚੱਲਣਾ ਹੈ ਨਾ, ਅਸੀਂ ਤਾਂ ਆਪਣੀ ਵਿਰਾਸਤ ਮੁਤਾਬਕ ਚੱਲਣਾ ਹੈ। ਉਹ ਇਹਨੂੰ ਪੋਲੀਟੀਕਲ ਪਾਵਰ ਦੇ ਤੌਰ ਤੇ ਖੁਣ ਸਿਖਾਉਂਦੇ ਨੇ ਕਿ ਜੇ ਅੱਜ ਸੰਤੋਖ ਸਿੰਘ ਚਲਾ ਗਿਆ, ਕੱਲ ਕੋਈ ਹੋਰ ਚਲਾ ਗਿਆ, ਇਹਦਾ ਮਤਲਬ ਹੈ ਸਾਡਾ ਤਾਂ ਪ੍ਰਭਾਵ ਹੀ, ਸਾਡੇ ਤਖਤ ਦਾ ਤਾਂ ਪ੍ਰਭਾਵ ਹੀ ਖਤਮ ਹੋ ਗਿਆ। ਸਾਡੀ ਕਾਹਦੀ ਸਰਕਾਰ ਰਹਿ ਗਈ ਜੇ ਸਾਡੇ ਕਹਿਣੇ ਤੋਂ ਉੱਪਰ ਵੀ ਕੋਈ ਹੋਰ ਹੁਕਮ ਜਾਰੀ ਕਰ ਸਕਦਾ ਹੈ। ਉਸ ਤਖਤ ਨੂੰ ਖਤਮ ਕਰੋ। ਹੁਣ ਉਹਨਾਂ ਨੇ ਦੇਖੋ, ਉਹ ਸਫਲ ਨੇ, ਉਹਨਾਂ ਨੇ ਇਹਦਾ ਪ੍ਰਭਾਵ ਤਾਂ ਘਟਾਇਆ ਸਿੱਖਾਂ ਦੇ ਮਨਾਂ ਵਿੱਚ ਜੀ, ਸਾਜ਼ਿਸ਼ਾਂ ਖੇਡ ਕੇ, ਪਰ ਵਿਰਾਸਤ ਤਾਂ ਨਹੀਂ ਘਟਾ ਸਕਦੇ ਨਾ। ਵਿਰਾਸਤ ਤਾਂ ਉਹੀ ਰਹੂਗੀ। ਅਸੀਂ ਦੁਬਾਰਾ ਆਪਣੇ ਜਿਹੜੇ ਵਿਚਲੇ 30-40 ਸਾਲ ਇਹਦਾ ਐਨਾਲਿਸਿਸ ਕਰਕੇ ਅਸੀਂ ਫਿਰ ਅਕਾਲੀ ਫੂਲਾ ਸਿੰਘ ਜੀ ਦੇ ਨਾਲ, ਜਾਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਦੀ ਜਿਹੜੀ ਸਾਡੀ ਵਿਰਾਸਤ ਹੈ, ਗੁਰੂ ਹਰਗੋਬਿੰਦ ਸਾਹਿਬ, ਕੋਈ ਰਾਜ ਨਾ ਹਾਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਜਿਹੜਾ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰਲ ਕੇ ਬਣਾਇਆ ਹੋਵੇ, ਉਸ ਵਿਰਾਸਤ ਨਾਲ ਤਾਂ ਅਸੀਂ ਜੁੜਾਂਗੇ ਜੀ। ਇਹ ਥੋੜ੍ਹੇ ਵੀ 1947 ਤੋਂ ਬਾਅਦ ਕੋਈ ਹੋਰ ਬਣ ਗਿਆ ਤੇ ਅਸੀਂ ਆਪਣੀ ਵਿਰਾਸਤ ਭੁੱਲ ਜਾਵਾਂਗੇ, ਅਸੀਂ ਆਪਣਾ ਤਖਤ ਭੁੱਲ ਜਾਵਾਂਗੇ। ਸੋ ਇਹ ਜਿਹੜਾ ਮਨਸੂਬਾ ਸੀ, ਇਹਦੇ 'ਚ ਸਿੱਧੇ ਰੂਪ 'ਚ ਮੈਂ ਤੁਹਾਡੇ ਨਾਲ 100% ਤੋਂ ਉੱਪਰ ਸਹਿਮਤ ਹਾਂ ਕਿ ਇਹ ਤਖਤ ਨਾਲ ਲੜਾਈ ਸੀ ਜੀ। ਇਹ ਇੱਕ ਸੋਵਰਨ, ਜਿਹੜੀ ਸਾਡੀ ਸੋਵਰਨਟੀ ਹੈ, ਜਿਹੜੀ ਕਿ ਅੱਗੇ ਅਸੀਂ ਦੁਬਾਰਾ ਖਾਲਿਸਤਾਨ ਦੇ ਰੂਪ ਵਿੱਚ ਵੀ ਲੈਣਾ ਚਾਹੁੰਦੇ ਹਾਂ, ਉਸ ਸੋਵਰਨਟੀ ਨੂੰ ਖਤਮ ਕਰਨ ਦੀ ਲੜਾਈ ਸੀ ਜਿਹੜੀ ਉਹ ਕਰ ਨਹੀਂ ਸਕੇ। ਰੂਪ ਕਿਸੇ ਨੂੰ ਦਿਸੇ ਨਾ ਦਿਸੇ, ਮਹਿਸੂਸ ਹੋਵੇ ਨਾ ਹੋਵੇ, ਇਹ ਤਾਂ ਅਗਲੀ ਗੱਲ ਹੈ ਨਾ ਜੀ। ਅਸੀਂ ਤਾਂ ਗੁਲਾਮੀ ਸਵੀਕਾਰ ਕਰਕੇ ਤਾਂ ਇਹ ਮੰਨ ਸਕਦੇ ਹਾਂ ਵੀ ਨਹੀਂ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਦਿੱਲੀ ਕਹਿੰਦੀ ਉਦਾਂ ਹੋਊਗਾ, ਪਰ ਜੇ ਅਸੀਂ ਸਿੱਖ ਹੋ ਕੇ ਜੀਣਾ ਚਾਹੁੰਦੇ ਹਾਂ ਫਿਰ ਤਾਂ ਇਹ ਗੱਲਾਂ ਬੜੀਆਂ ਨਿਰਮੂਲ ਝਾਕ ਦਿੱਲੀ ਵੱਲ ਬੰਦ ਕਰਨੀ ਪੈਣੀ ਹੈ। ਕਰਨਾ ਹੀ ਪਏਗਾ, ਕਿਉਂਕਿ ਉਹ ਨਹੀਂ ਹਟ ਰਹੇ ਨਾ। ਉਹ ਸਾਨੂੰ ਖਤਮ ਕਰਨ, ਸਾਡੀ ਸੋਚ ਨੂੰ ਖਤਮ ਕਰਨ 'ਚ ਪਿਛਲੇ 36 ਸਾਲ ਚ ਨਹੀਂ। ਸਾਡੇ ਵਾਲੇ ਵੀ ਝਾਕ ਦਿੱਲੀ ਨੂੰ ਹੀ ਲਾਉਂਦੇ ਆ ਨਾ, ਖੜਦੇ ਸਾਡੇ ਵਾਲੇ ਵੀ ਨਹੀਂ ਨਾ ਪਏ। ਉਹ ਤਾਂ ਮੈਂ ਤੁਹਾਨੂੰ ਦੱਸਤਾ ਵੀ ਜਦੋਂ ਸਮਝੌਤਾ ਹੀ ਹੋ ਗਿਆ, ਹਜੇ ਤਾਂ ਲੀਡਰ ਹੀ ਬਾਦਲ ਹੈ, ਜਿਹਦਾ ਸਮਝੌਤਾ ਹੀ ਆਲਰੇਡੀ ਹੋਇਆ ਪਿਆ, ਉਹਨੇ ਤਾਂ ਦਿੱਲੀ ਤੋਂ ਹੀ ਲੈਣਾ ਨਾ ਸਾਰਾ ਜੋ ਉਹ ਚਾਹੁੰਦਾ ਹੈ। ਮੈਂ ਸੇਬ ਚਾਹੁੰਦਾ ਤੇ ਮੈਂ ਫੁੱਟਬਾਲ ਦੀ ਦੁਕਾਨ ਤੇ ਚਲ ਜਾਵਾਂ, ਮੈਂ ਕਹਾਂ ਸੇਬ ਦਿਓ, ਕਿ ਸੇਬ ਤਾਂ ਭਾਈ ਸੇਬ ਦੀ ਰੇਹੜੀ ਜਾਂ ਦੁਕਾਨ ਤੋਂ ਮਿਲਣਗੇ, ਉਹਨੂੰ ਤਾਂ ਸੇਬ ਚਾਹੀਦੇ ਨੇ, ਉਹ ਸੇਬ ਮਿਲਦੇ ਨੇ ਦਿੱਲੀ ਤੋਂ। ਸੋ ਉਹ ਵਿਚਾਰਾ ਆਪਣੇ ਸੇਬ ਲੈ ਕੇ ਆ ਜਾਂਦਾ, ਕਦੇ ਨੂੰਹ ਨੂੰ ਚਟਣੀਆਂ ਵਾਲਾ ਮਹਿਕਮਾ ਦਵਾ ਆਇਆ, ਕਦੇ ਕਿਤੇ ਤਾਂ ਡਿਫੈਂਸ ਮਿਨਿਸਟਰ ਤੁਹਾਡੇ ਰਹਿੰਦੇ ਸੀ, ਕਿਤੇ ਤੁਹਾਡੇ ਮਤਲਬ ਕਿ ਗ੍ਰਹਿ ਮੰਤਰੀ ਰਹਿੰਦੇ ਸੀ ਸਿੱਖਾਂ ਦੇ, ਤੇ ਅੱਜ ਉਹ ਵਿਚਾਰੀ ਸੌਸ ਬਣਾ ਰਹੀ ਹੈ। ਸੋ ਉਹ, ਪਰ ਉਹਨੂੰ ਐ ਵੀ ਕੈਬਨਿਟ ਰੈਂਕ ਮਿਲ ਜੇ। ਹੁਣ ਸੇਬ ਤੋਂ, ਕਸ਼ਮੀਰ ਦੇ ਸੇਬ ਤੋਂ, ਕੁੱਲੂ ਦੇ ਸੇਬਾਂ ਤੋਂ ਥੱਲੇ ਆ ਗਏ ਨੇ, ਪਰ ਸੇਬ ਲੈਣਾ ਉਸ ਦੇ ਉੱਤੇ ਤਾਂ ਕੌਮ ਨਹੀਂ ਨਾ ਚੱਲ ਸਕਦੀ, ਪਰ ਚਲਾ ਰਹੇ ਨੇ ਫਿਲਹਾਲ ਤਾਂ ਉਹ
ਕੋਸ਼ਿਸ਼ ਕਰਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਮੂਰਖ ਬਣਾ ਰਹੇ। ਜੀ 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 ਸੋ ਤਖਤ ਨਾਲ ਲੜਾਈ ਅੱਜ ਨਹੀਂ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜੀ। ਤਾਂ ਮੈਂ ਤਾਂ ਹੁਣ ਕਹਿੰਦਾ ਵੀ ਉਹ ਟਾਈਮ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਪਾਵਰਫੁਲ ਸੀ, ਹਿੰਦ ਤੇ ਪੰਜਾਬ ਬਰਾਬਰ 'ਚ ਲੜੇ ਸੀਗੇ। ਪਰ ਹੁਣ ਤਾਂ ਪੰਜਾਬ ਦੀ ਸਿੱਖਾਂ ਦੀ ਖਾਸ ਕਰ ਲੜਾਈ ਜਿਹੜੀ ਹੈ ਉਹ ਅੱਧੇ ਵਰਲਡ ਨਾਲ ਕਰਾਤੀ। ਜੇ 6 ਐਟਮੀ ਪਾਵਰਾਂ ਨੇ 3 ਐਟਮੀ ਪਾਵਰਾਂ ਤਾਂ ਚੜਾ ਕੇ ਲਿਆਂਦੇ, ਅੱਧੇ ਵਰਲਡ ਨਾਲ ਪੰਜਾਬ ਨੂੰ ਤੇ ਸਿੱਖਾਂ ਨੂੰ ਲੜਾਇਆ। ਤੇ ਧੰਨ ਹੈ ਸੰਤ ਜਰਨੈਲ ਸਿੰਘ ਜਿਹਨੇ ਸਾਨੂੰ ਐ ਸਾਹਮਣੇ ਦਿਖਾਤੀ ਵੀ ਆਹ ਚਮਕੌਰ ਦੀ ਗੜੀ ਸੀ ਜਿੱਥੇ ਮੇਰਾ ਪਾਤਸ਼ਾਹ ਲੜਦਾ ਸੀ 10 ਲੱਖ ਦੀ ਫੌਜ ਦੇ ਨਾਲ। ਆਹ ਐਟਮੀ 3 ਪਾਵਰਾਂ ਆ ਕੇ ਬਾਹਰ ਹਰ ਹਰਬਾ ਵਰਤ ਰਹੀਆਂ ਨੇ, ਟੈਂਕ ਵਰਤ ਰਹੀਆਂ ਨੇ, ਆਧੁਨਿਕ ਹਥਿਆਰ ਵਰਤ ਰਹੀਆਂ ਨੇ, ਜਹਾਜ਼ ਵਰਤ ਰਹੇ ਨੇ, ਹੈਲੀਕਾਪਟਰ ਵਰਤ ਰਹੇ ਨੇ। ਨੇਵੀ ਦੇ ਬੰਦੇ ਵੀ ਆਏ ਨੇ ਉਹਦੇ ਵਿੱਚ ਕਿ ਸਰੋਵਰ ਚੋਂ ਕਿਵੇਂ ਡਾਈਆਂ ਮਾਰ ਕੇ ਉੱਧਰ ਨੂੰ ਜਾਵਾਂਗੇ, ਉਹਨਾਂ ਦੀ ਵੀ ਮਦਦ ਲਈ ਆ। ਹਾਲਾਂਕਿ ਸਮੁੰਦਰ ਉੱਥੇ ਨਹੀਂ ਸੀ, ਨਹਿਰਾਂ ਉੱਥੇ ਨਹੀਂ ਸੀ, ਸਾਡਾ ਇੱਕ ਸਰੋਵਰ ਸੀ ਪਵਿੱਤਰ, ਉਹਦੇ ਵਿੱਚ ਵੀ ਉਹਨਾਂ ਨੇ ਨੇਵੀ ਦੀ ਮਦਦ ਮਿਲੀ। ਭਾਵ ਕਿਸੇ ਦੇਸ਼ ਨਾਲ ਲੜਾਈ ਲੜਨ ਜਿੰਨੀ ਲੜਾਈ ਸੰਤ ਜਰਨੈਲ ਸਿੰਘ ਨੇ ਸਾਨੂੰ ਇਤਿਹਾਸ ਤੋਂ ਵੀ ਸਾਡੀਆਂ ਅੱਖਾਂ ਸਾਹਮਣੇ ਉਹ ਚਾਨਣ ਪਾਤਾ, ਇੱਕ ਜਗਾਤਾ ਕਿ ਕਿਵੇਂ ਮਤਲਬ ਕਿ ਸਾਡਾ ਪਾਤਸ਼ਾਹ 1.25 ਲੱਖ ਸੇ ਏਕ ਲੜਾਉਂਦਾ ਸੀ 72 ਘੰਟੇ 3 ਐਟਮੀ ਪਾਵਰਾਂ ਨੂੰ ਅੰਦਰ ਨਾ ਵੜਨ ਦੇਣਾ ਤੇ ਜ਼ਿਆਦਾ ਨੁਕਸਾਨ ਕੈਜੁਅਲਟੀ ਉਹਨਾਂ ਦੀ ਹੋਣੀ ਜਿਨ੍ਹਾਂ ਕੋਲ ਵੱਡੇ ਹਥਿਆਰ ਸੀ, ਜਿਨ੍ਹਾਂ ਕੋਲ ਟ੍ਰੇਨਿੰਗ ਸੀ। ਤਾਂ ਇੱਧਰ ਸੁਬੇਗ ਸਿੰਘ ਜਰਨਲ ਸਾਹਿਬ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਇਹਨਾਂ ਦਾ ਮੁਖੀ ਸੰਤ ਜਰਨੈਲ ਸਿੰਘ ਜਿਸ ਲਲਕਾਰ ਦੇ ਨਾਲ ਲੜੇ ਨੇ ਉਹ ਦੁਨੀਆ ਅਗਲੇ ਹਜ਼ਾਰਾਂ ਸਾਲ ਨਹੀਂ ਭੁੱਲ ਸਕਦੀ। ਅੱਜ ਮੈਨੂੰ ਪਤਾ ਲੱਗਿਆ, ਮੇਰੇ ਕੋਲ ਐਵੀਡੈਂਸ ਨਹੀਂ ਹੈਗਾ, ਅੱਜ ਫਰਾਂਸ ਦੇ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਹੈ ਕਿ ਉਹ ਕਿਹੜਾ ਮਿਲਟਰੀ ਟੈਕਟ ਸੀ ਜਿਹੜਾ ਸੰਤ ਜਰਨੈਲ ਸਿੰਘ ਦੇ ਭਾਈ ਸੁਬੇਗ ਸਿੰਘ ਜੀ ਜਨਰਲ ਸਾਹਿਬ ਨੇ ਵਰਤਿਆ। ਤੁਸੀਂ ਵੀ ਉਹ ਸਿੱਖੋ, ਕਿਉਂਕਿ 6 ਇੰਚ ਤੋਂ, ਮੈਂ ਐਨਾਲਿਸਿਸ ਪੜ੍ਹੇ ਨੇ ਮਿਲਟਰੀ ਦੇ, 6 ਇੰਚ ਤੋਂ ਹੇਠਾਂ ਗੋਲੀ ਚਲਾਉਣ ਦੀ ਗੱਲ ਜਿਹੜੀ ਹੈ ਉਹ ਸਵੀਕਾਰ ਨਹੀਂ ਕੀਤੀ ਜਾਂਦੀ, ਤਾਂ ਕਹਿੰਦੇ ਵੀ ਲੰਮੇ ਪੈ ਜਾਓ ਜੀ। ਪਰ ਇੱਥੇ ਜਿਹੜੀ ਪਹਿਲੀ ਗੋਲੀ ਚੱਲੀ ਹੈ ਉਹ 4.5 ਇੰਚ ਤੇ ਵੀ ਬੰਦੇ ਨੂੰ ਚੁੱਕ ਕੇ ਲੈ ਗਈ। ਇਹ ਜਿਹੜੀ ਟੈਕਨੀਕ ਹੈ ਇਹ ਹੁਣ ਗੁਰੂ ਦੀ ਬਖਸ਼ਿਸ਼ ਤਾਂ ਹੈ ਹੀ, ਪਰ ਭਾਈ ਸੁਬੇਗ ਸਿੰਘ ਜੀ ਉਹਨਾਂ ਦੀ ਜਿਹੜੀ ਮਿਲਟਰੀ ਪ੍ਰਫੁੱਲਤਾ ਹੈ ਜਾਂ ਪਰਪੱਕਤਾ ਹੈ ਉਹਨੂੰ ਵੀ ਉਜਾਗਰ ਕਰ ਜੀ। ਸੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸਮੇਂ ਦੀਆਂ ਘੜੀਆਂ ਸਾਨੂੰ ਰੋਕ ਜਾਂਦੀਆਂ ਨੇ, ਚਿੱਤ ਨਹੀਂ ਕਰਦਾ ਤੁਹਾਨੂੰ ਰੋਕੀਏ, ਕਿਉਂਕਿ ਮੇਰੇ ਕੋਲ ਸਵਾਲ ਦੀ ਲਿਸਟ ਬਹੁਤ ਲੰਬੀ ਹੈ। ਘੱਟੋ ਘੱਟ ਸਵਾਲ ਹੈ ਮੇਰੇ ਕੋਲ 15 ਤੇ ਹੋਏ ਨੇ ਆਪਣੀ 3 ਇੰਟਰਵਿਊ ਦੇ ਵਿੱਚ ਸਾਰੇ 5, ਸਮਾਂ ਬਹੁਤ ਲੰਬਾ ਲੱਗੇਗਾ। ਪਰ ਇੱਥੇ ਮੈਂ ਦਰਸ਼ਕਾਂ ਦੇ ਨਾਲ ਵਾਅਦਾ ਕਰਦਾ ਤੁਹਾਡੇ ਸਾਰਿਆਂ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਸੋ ਦਰਸ਼ਕੋ, ਤੁਹਾਡੇ ਨਾਲ ਕੀਤੇ ਵਾਅਦੇ ਦੇ ਮੁਤਾਬਕ ਐਪੀਸੋਡ ਉਸੇ ਪ੍ਰਕਾਰ ਚੱਲਣਗੇ, ਗਿਣਤੀ ਵੱਧ ਸਕਦੀ ਹੈ, ਬਟ ਮੈਂ ਫਿਰ ਬੇਨਤੀ ਕਰਦੇ ਹਾਂ ਸਾਨੂੰ ਸਮਝ ਪੈਣੀ ਚਾਹੀਦੀ ਹੈ। ਘੱਟੋ ਘੱਟ ਜੇ 84 ਦੀ ਗੱਲ ਕਰੀਏ, ਜਿਹੜਾ ਥੋੜ੍ਹਾ ਸਮਾਂ ਪਹਿਲਾਂ ਦੀਆਂ ਗੱਲਾਂ ਨੇ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਮੈਟਰ ਅਸਲ ਦੇ ਵਿੱਚ ਹੈ ਕੀ ਹੈ। ਇਤਿਹਾਸ ਕਿਤਾਬਾਂ ਦੇ ਵਿੱਚੋਂ ਪੜ੍ਹ ਲਿਆ, ਇੰਨੀ ਨੂੰ ਆ ਗੋਲੀ ਚੱਲੀ, ਇੰਨੀ ਨੂੰ ਆ ਚੱਲੀ, ਪਰ ਸਵਾਲ ਬੜੀ ਤਰ੍ਹਾਂ ਦੇ ਆ ਜਾਂਦੇ ਨੇ। ਦੂਰ ਅੰਦੇਸ਼ੀ ਦੀ ਗੱਲ ਚੱਲਦੀ ਹੈ ਕਿ ਸਿੱਖ ਲੀਡਰਸ਼ਿਪ ਨੂੰ ਜਾਂ ਬਾਬਾ ਜਰਨੈਲ ਸਿੰਘ ਜੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡੀ ਟੱਕਰ ਕਿੰਨੀ ਵੱਡੀ ਹਕੂਮਤ ਦੇ ਨਾਲ ਹੈ। ਸੋ ਸਾਰੀਆਂ ਗੱਲਾਂ ਜਿਹੜੀਆਂ ਨੇ ਸਵਾਲ ਮੰਗਦੀਆਂ ਨੇ, ਜਵਾਬ ਮੰਗਦੀਆਂ ਨੇ ਤੇ ਵਿਸ਼ਲੇਸ਼ਣ ਮੰਥਨ ਮੰਗਦੀਆਂ ਨੇ। ਤੇ ਮੇਰਾ ਵੀ ਮਨ ਕਹਿੰਦਾ ਵੀ ਇਹ ਚੀਜ਼ ਵਾਕਈ ਸਾਡੇ ਬੱਚਿਆਂ ਦੇ ਅੱਗੇ ਹੋਣੀ ਚਾਹੀਦੀ ਹੈ। ਤੁਹਾਡੇ ਨਾਲ ਵਾਅਦਾ ਕਰਕੇ ਜਾਣਾ ਮੈਂ, ਚੌਥੇ ਐਪੀਸੋਡ ਦੇ ਵਿੱਚ ਵੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਮੇਰੇ ਨਾਲ ਹੋਣਗੇ, ਗੱਲਬਾਤ ਕਰਾਂਗਾ। ਜੂਨ 1984 ਬਾਰੇ ਸਵਾਲ ਹੋਣਗੇ ਤੁਹਾਡੇ, ਪੁੱਛੇਗਾ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੱਖੂ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆ ਰਿਹਾ ਮੈਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।